ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਸਰਕਾਰ ਨੇ ਅੱਜ ਨਵਾਂ ਪ੍ਰੋਗਰਾਮ ਕੀਤਾ ਲਾਂਚ। ਕੋਵਿਡ-19 ਟੀਕੇ ਕਰਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲੇਗਾ ਮੁਆਵਜ਼ਾ। ਆਟਵਾ 'ਚ ਲੱਗੇਗਾ ਨਵਾਂ ਟੈਕਸ। ਸਿਟੀ ਨੇ ਖਾਲੀ ਘਰਾਂ ਦੇ ਉੱਤੇ ਹੋਰ ਟੈਕਸ ਸੰਬੰਧੀ ਕੀਤਾ ਐਲਾਨ। ਜਿਨ੍ਹਾਂ ਦੇ ਐਸਟਰਾਜ਼ੈਨੇਕਾ ਦਾ ਇੱਕ ਟੀਕਾ ਪਹਿਲਾਂ ਲੱਗ ਚੁੱਕਿਆ ਹੈ ਤਾਂ ਦੂਜੀ ਡੋਜ਼ ਦੇ ਸੰਬੰਧੀ ਫੈਸਲਾ ਦੱਸਾਂਗੇ ਸਿਹਤ ਵਿਭਾਗ ਨੇ ਕੀ ਕਿਹਾ। ਸਸਕੈਚਵਨ ਦੇ ਵਿੱਚ ਜੁਲਾਈ 11 ਤੋਂ ਹੋ ਸਕਦਾ ਹੈ ਐਲਾਨ ਕਿ ਲਾਜ਼ਮੀ ਨਹੀਂ ਰਹਿਣਗੇ ਮਾਸਕ ਪਾਉਣੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਿਡਲ ਕਲਾਸ ਪਰਿਵਾਰਾਂ ਸਮੇਤ ਨੌਜਵਾਨਾਂ ਦੀ ਪਹੁੰਚ ਤੋਂ ਦੂਰ ਹੋਏ ਘਰ ਖਰੀਦਣ ਦੇ ਸੁਪਨੇ ਦੇ ਬਾਰੇ ਅੱਜ ਕੀ ਕਿਹਾ, ਇਹ ਵੀ ਦੱਸਾਂਗੇ। ਮੈਨੀਟੋਬਾ ਤੇ ਓਨਟਾਰੀਓ ਦੇ ਇਮੀਗ੍ਰੇਸ਼ਨ ਵਿਭਾਗਾਂ ਨੇ ਕੱਢੇ ਤਾਜ਼ਾ ਡਰਾਅ, ਦੱਸਾਂਗੇ ਕਿੰਨਿਆਂ ਨੂੰ ਗਏ ਇਨਵੀਟੇਸ਼ਨ ਤੇ ਕੀ ਰਿਹਾ ਘੱਟੋ-ਘੱਟ ਸਕੋਰ। ਇਸ ਨਾਲ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਸਰਕਾਰ ਨੇ ਮੰਗਲਵਾਰ ਦੇ ਦਿਨ ਇੱਕ ਪ੍ਰੋਗਰਾਮ ਲਾਂਚ ਕੀਤਾ ਹੈ ਜਿਸ ਰਾਹੀਂ ਵਿੱਤੀ ਮਦਦ ਦਿੱਤੀ ਜਾਵੇਗੀ ਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਦਰਅਸਲ ਮੁਆਵਜ਼ਾ ਦੇਣ ਦੇ ਬਾਰੇ ਐਲਾਨ ਕੀਤਾ ਗਿਆ ਉਹਨਾਂ ਨੂੰ ਜਿਨ੍ਹਾਂ ਦੇ ਕੋਵਿਡ-19 ਦਾ ਟੀਕਾ ਕੈਨੇਡਾ ਦੇ ਵਿੱਚ ਲਗਾਏ ਜਾਣ ਤੋਂ ਬਾਅਦ ਉਹਨਾਂ ਨੂੰ ਕੋਈ ਨੁਕਸਾਨ ਹੋਇਆ। ਕੈਨੇਡਾ ਸਰਕਾਰ ਨੇ ਮੰਗਲਵਾਰ ਦੇ ਦਿਨ ਨੈਸ਼ਨਲ ਵੈਕਸੀਨ ਇੰਜਰੀ ਕੰਪਨਸੇਸ਼ਨ ਪ੍ਰੋਗਰਾਮ ਲਾਂਚ ਕੀਤਾ ਹੈ ਜਿਸ ਦੇ ਨਾਲ ਮੁਆਵਜ਼ਾ ਮਿਲੇਗਾ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਨੇ ਕੋਵਿਡ-19 ਦਾ ਟੀਕਾ ਕੈਨੇਡਾ ਵਿੱਚ ਦਸੰਬਰ 8, 2020 ਤੋਂ ਬਾਅਦ ਲਗਵਾਇਆ ਤੇ ਉਸ ਟੀਕੇ ਨੂੰ ਲਗਾਉਣ ਦੇ ਕਰਕੇ ਜਾਂ ਤਾਂ ਉਹਨਾਂ ਦਾ ਪੱਕੇ ਤੌਰ ਦੇ ਉੱਤੇ ਕੋਈ ਨੁਕਸਾਨ ਹੋ ਗਿਆ ਜਾਂ ਫਿਰ ਉਹਨਾਂ ਨੂੰ ਕਿਸੇ ਗੰਭੀਰ ਪਰੇਸ਼ਾਨੀ ਜਾਂ ਬਿਮਾਰੀ ਦਾ ਸਾਹਮਣਾ ਕਰਨਾ ਪਿਆ ਜਾਂ ਫਿਰ ਕਿਸੇ ਵਿਅਕਤੀ ਦੀ ਜਾਨ ਚਲੀ ਗਈ ਤਾਂ ਉਸਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਮੁਆਵਜ਼ਾ ਮਿਲੇਗਾ, ਜਿਸ ਦੇ ਬਾਰੇ ਕੈਨੇਡਾ ਸਰਕਾਰ ਨੇ ਮੰਗਲਵਾਰ ਦੇ ਦਿਨ ਪੂਰੀ ਜਾਣਕਾਰੀ ਦਿੱਤੀ ਹੈ। ਇਸ ਦੇ ਬਾਰੇ ਡਾਕਟਰ ਥੈਰੇਸਾ ਟੈਮ ਜੋ ਕਿ ਕੈਨੇਡਾ ਦੇ ਮੁੱਖ ਸਿਹਤ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਗੰਭੀਰ ਰੂਪ ਵਿੱਚ ਜਾਂ ਫਿਰ ਪੱਕੇ ਤੌਰ ਦੇ ਉੱਤੇ ਕੋਈ ਨੁਕਸਾਨ ਹੋਇਆ ਹੈ ਉਸ ਨੂੰ ਲੈ ਕੇ ਇਹ ਵਿੱਤੀ ਮਦਦ ਕੈਨੇਡਾ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ। ਇਸ ਦੇ ਵਿੱਚ ਜਦੋਂ ਵੀ ਇਸ ਕੰਪਨਸੇਸ਼ਨ ਯਾਨੀ ਕਿ ਇਸ ਮੁਆਵਜ਼ੇ ਦੇ ਵਾਸਤੇ ਅਪਲਾਈ ਕਰਨਾ ਹੈ ਤਾਂ ਕੁਝ ਸਵਾਲ ਪੁੱਛੇ ਜਾਣਗੇ। ਉਹਨਾਂ ਦੇ ਵਿੱਚ ਮੁੱਖ ਸਵਾਲ ਇਹ ਨੇ ਕਿ ਤੁਸੀਂ ਜਦੋਂ ਟੀਕਾ ਲਗਵਾਇਆ ਕਿ ਤੁਸੀਂ ਕੈਨੇਡਾ ਦੇ ਵਿੱਚੋਂ ਟੀਕਾ ਲਗਵਾਇਆ, ਦੂਜਾ ਇਹ ਤੁਸੀਂ ਕਿਹੜੇ ਸੂਬੇ ਜਾਂ ਟੈਰੀਟਰੀ ਤੋਂ ਇਹ ਟੀਕਾ ਲਗਵਾਇਆ ਹੈ ਤੇ ਤੀਜਾ ਸਵਾਲ ਇਹ ਕਿ ਦਸੰਬਰ 8, 2020 ਤੋਂ ਬਾਅਦ ਟੀਕਾ ਲਗਵਾਇਆ ਗਿਆ ਸੀ ਤੇ ਚੌਥਾ ਸਵਾਲ ਇਹ ਕਿ ਉਸ ਦੇ ਨਾਲ ਨੁਕਸਾਨ ਕੀ ਹੋਇਆ, ਜਿਸ ਤੋਂ ਬਾਅਦ ਵਿੱਤੀ ਪੱਧਰ ਦੇ ਉੱਤੇ ਇਹ ਸਰਕਾਰ ਦੇ ਵੱਲੋਂ ਮਦਦ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਇਸ ਨਾਲ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਜਿਵੇਂ ਕਿ ਵੈਨਕੂਵਰ ਦੇ ਵਿੱਚ ਵੀ ਖਾਲੀ ਘਰਾਂ ਦੇ ਉੱਤੇ ਟੈਕਸ ਲਗਾਉਣ ਦੇ ਬਾਰੇ ਜੋ ਸਿਟੀ ਨੇ ਐਲਾਨ ਕੀਤਾ ਸੀ ਤਾਂ ਉਸ ਤੋਂ ਬਾਅਦ ਇਹ ਟੈਕਸ ਲੱਗਦਾ ਹੈ ਤੇ ਇਸ ਦਾ ਜੋ ਸਾਹਮਣਾ ਉਹਨਾਂ ਲੋਕਾਂ ਨੂੰ ਕਰਨਾ ਪੈਂਦਾ ਜਿਨ੍ਹਾਂ ਦੇ ਖਾਲੀ ਘਰ ਪਏ ਨੇ, ਜਿਨ੍ਹਾਂ ਦੇ ਵਿੱਚ ਕੋਈ ਨਹੀਂ ਰਹਿ ਰਿਹਾ, ਤਾਂ ਕੁਝ ਇਸੇ ਤਰ੍ਹਾਂ ਦਾ ਟੈਕਸ ਲਗਾਉਣ ਦੇ ਬਾਰੇ ਹੁਣ ਸਿਟੀ ਆਫ ਆਟਵਾ ਨੇ ਵੀ ਐਲਾਨ ਕਰ ਦਿੱਤਾ ਹੈ। ਆਟਵਾ ਦੇ ਵੱਲੋਂ ਵੀ ਫੈਸਲਾ ਲੈ ਲਿਆ ਗਿਆ ਕਿ ਖਾਲੀ ਘਰਾਂ ਦੇ ਉੱਤੇ ਜ਼ਿਆਦਾ ਟੈਕਸ ਲਗਾਇਆ ਜਾਵੇਗਾ, ਜਿਸ ਦੇ ਬਾਰੇ ਸਿਟੀ ਆਫ ਆਟਵਾ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਹੁਣ ਤੱਕ ਵਿਚਾਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਖਾਲੀ ਘਰ ਹੋਣਗੇ ਉਹਨਾਂ ਵਿੱਚ 1% ਦਾ ਟੈਕਸ ਹੈ ਜੋ ਹੋਰ ਜ਼ਿਆਦਾ ਲਗਾਇਆ ਜਾਵੇਗਾ ਜੇਕਰ ਉਹ ਘਰ 184 ਦਿਨਾਂ ਤੱਕ ਜਾਂ ਇਸ ਤੋਂ ਜ਼ਿਆਦਾ ਖਾਲੀ ਰਹਿੰਦਾ ਹੈ ਕਿ ਉੱਥੇ ਕੋਈ ਹੋਰ ਰਹਿੰਦਾ ਨਹੀਂ। ਦਰਅਸਲ ਇਸ ਦੇ ਪਿੱਛੇ ਟੀਚਾ ਇਹ ਹੈ ਕਿ ਉਹਨਾਂ ਘਰਾਂ ਨੂੰ ਖਾਲੀ ਨਾ ਰੱਖਿਆ ਜਾਵੇ ਕਿਉਂਕਿ ਉੱਥੇ ਪਹਿਲਾਂ ਹੀ ਮਹਿੰਗਾਈ ਜ਼ਿਆਦਾ ਹੋਣ ਕਰਕੇ ਬਹੁਤ ਗਿਣਤੀ ਦੇ ਵਿੱਚ ਲੋਕ ਨੇ ਜਿਨ੍ਹਾਂ ਨੂੰ ਰਹਿਣ ਲਈ ਘਰ ਨਹੀਂ ਮਿਲ ਪਾਉਂਦੇ, ਤਾਂ ਕਿ ਉਹਨਾਂ ਨੂੰ ਕਿਰਾਏ ਦੇ ਉੱਤੇ ਉਹ ਘਰ ਦਿੱਤੇ ਜਾ ਸਕਣ ਜਿਹੜੇ ਕਿ ਖਾਲੀ ਰੱਖੇ ਜਾਂਦੇ ਨੇ। ਇਸ ਕਰਕੇ ਉਹਨਾਂ ਦੇ ਉੱਤੇ ਜ਼ਿਆਦਾ ਟੈਕਸ ਲਗਾਉਣ ਦੇ ਵਾਸਤੇ ਅਜਿਹਾ ਐਲਾਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਵੈਨਕੂਵਰ ਦੇ ਵਿੱਚ ਤਾਂ ਇਹ ਪਹਿਲਾਂ ਤੋਂ ਹੀ ਲਾਗੂ ਹੈ। ਟੋਰਾਂਟੋ ਤੇ ਮਿਸੀਸਾਗਾ ਵੀ ਇਸ ਦੇ ਬਾਰੇ ਵਿਚਾਰ ਬਣਾ ਰਹੇ ਨੇ ਕਿ ਉੱਥੇ ਵੀ ਖਾਲੀ ਘਰਾਂ ਦੇ ਉੱਤੇ ਕੁਝ ਇਸ ਤਰ੍ਹਾਂ ਟੈਕਸ ਹੈ ਜੋ ਉਹ ਲਗਾਇਆ ਜਾਵੇ, ਕਿਉਂਕਿ ਓਨਟਾਰੀਓ ਸੂਬੇ ਨੇ ਸ਼ਹਿਰਾਂ ਨੂੰ 2017 ਦੇ ਵਿੱਚ ਇਜਾਜ਼ਤ ਦੇ ਦਿੱਤੀ ਸੀ ਕਿ ਉਹ ਅਜਿਹਾ ਟੈਕਸ ਲਗਾ ਸਕਦੇ ਨੇ, ਜਿਸ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾ ਕਮਾਈ ਹੁੰਦੀ ਹੈ ਤੇ ਉਸ ਦੇ ਨਾਲ ਇੱਕ ਹੋਰ ਮਦਦ ਮਿਲਦੀ ਹੈ ਕਿ ਬੇਘਰਾਂ ਨੂੰ ਮਦਦ ਦੇਣ ਦੇ ਵਾਸਤੇ ਇਸ ਪੈਸੇ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਖਾਲੀ ਘਰਾਂ ਦੇ ਉੱਤੇ ਟੈਕਸ ਲਗਾਇਆ ਜਾਂਦਾ ਹੈ। ਦਰਅਸਲ ਕੈਨੇਡਾ ਭਰ ਵਿੱਚ ਜਦੋਂ ਇਸ ਦੇ ਉੱਤੇ ਗਿਣਤੀ ਵੀ ਕੀਤੀ ਜਾਂਦੀ ਹੈ ਤਾਂ ਵੱਖੋ-ਵੱਖਰੇ ਸ਼ਹਿਰਾਂ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਅਜਿਹੇ ਲੋਕ ਨੇ ਜਿਹੜੇ ਕਿ ਬੇਘਰ ਨੇ ਤੇ ਉਹ ਮਜਬੂਰੀ ਦੇ ਵਿੱਚ ਸਟਰੀਟਸ ਦੇ ਉੱਤੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਰਹਿਣ ਲਈ ਥਾਂ ਨਹੀਂ ਮਿਲਦੀ ਜਾਂ ਫਿਰ ਉਹ ਬਹੁਤ ਮਹਿੰਗੀਆਂ ਥਾਵਾਂ ਹੁੰਦੀਆਂ ਨੇ ਜਿਸ ਦਾ ਉਹ ਖਰਚਾ ਨਹੀਂ ਕਰ ਸਕਦੇ, ਜਿਸ ਦੇ ਵਿੱਚ ਮਦਦ ਹੋਵੇਗੀ। ਇਸੇ ਨੂੰ ਲੈ ਕੇ ਇਹ ਟੈਕਸ ਲਗਾਉਣ ਦਾ ਜੋ ਐਲਾਨ ਹੈ ਕੀਤਾ ਗਿਆ ਸੀ ਤੇ ਕੁਝ ਇਸੇ ਤਰ੍ਹਾਂ ਹੁਣ ਸਿਟੀ ਆਫ ਆਟਵਾ ਦੇ ਵੱਲੋਂ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ। ਦਰਅਸਲ ਇਸ ਨਾਲ ਇਹ ਹੈ ਕਿ ਜਿਹੜੇ ਲੋਕ ਸਿਰਫ ਕੁਝ ਮਹੀਨੇ ਦੇ ਵਾਸਤੇ ਉਸ ਸ਼ਹਿਰ ਦੇ ਵਿੱਚ ਆਪਣੇ ਘਰ 'ਚ ਰਹਿਣ ਆਉਂਦੇ ਨੇ, ਬਾਕੀ ਸਮਾਂ ਉਹਨਾਂ ਦਾ ਘਰ ਖਾਲੀ ਰਹਿੰਦਾ ਜਾਂ ਫਿਰ ਕਈ ਸਾਲ ਤੋਂ ਕਈਆਂ ਦੇ ਘਰ ਖਾਲੀ ਪਏ ਨੇ, ਉਹ ਕਿਰਾਏ ਦੇ ਉੱਤੇ ਵੀ ਨਹੀਂ ਦਿੰਦੇ ਤੇ ਆਪ ਵੀ ਉੱਥੇ ਨਹੀਂ ਰਹਿੰਦੇ, ਅਜਿਹੇ ਵਿੱਚ
ਉਹ ਉਹਨਾਂ ਘਰਾਂ ਨੂੰ ਕਿਰਾਏ ਦੇ ਉੱਤੇ ਦੇਣ ਤਾਂ ਕਿ ਜਿੰਨੇ ਵੀ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਰਹਿਣ ਦੇ ਵਾਸਤੇ ਕਿਰਾਏ ਲਈ ਵੀ ਥਾਂ ਨਹੀਂ ਮਿਲਦੀ ਤਾਂ ਉਹਨਾਂ ਨੂੰ ਮਦਦ ਹੋ ਸਕੇ। ਤੇ ਨਾਲ ਹੀ ਜਦੋਂ ਇਸ ਦੇ ਉੱਤੇ ਵਾਧੂ ਟੈਕਸ ਲੱਗੇਗਾ ਉਸ ਦੇ ਨਾਲ ਸਰਕਾਰ ਨੂੰ ਮਦਦ ਹੋ ਸਕੇ ਕਿ ਉਸ ਪੈਸੇ ਦੇ ਨਾਲ ਬੇਘਰਾਂ ਦੀ ਮਦਦ ਕੀਤੀ ਜਾਵੇ। ਤੇ ਇਸੇ ਨੂੰ ਲੈ ਕੇ ਇਹ ਜੋ ਟੈਕਸ ਹੈ ਉਹ ਲਾਗੂ ਕੀਤਾ ਜਾਵੇਗਾ ਤੇ ਇਹ ਲਾਗੂ ਕੀਤਾ ਵੀ ਗਿਆ ਹੈ ਤੇ ਇਸ ਨੂੰ ਲੈ ਕੇ ਵੱਖੋ ਵੱਖਰੇ ਸ਼ਹਿਰ ਨੇ ਜੋ ਫੈਸਲਾ ਲੈ ਸਕਦੇ ਨੇ। ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅੱਗੇ ਹੈ ਕਿ ਐਸਟਰਾਜ਼ੈਨੇਕਾ ਦੇ ਟੀਕੇ ਦੀ ਇੱਕ ਡੋਜ਼ ਜਿਨ੍ਹਾਂ ਦੇ ਲੱਗ ਗਈ ਤੇ ਹੁਣ ਦੂਜੀ ਡੋਜ਼ ਲੱਗਣੀ ਸੀ, ਪਰ ਉਸ ਤੋਂ ਪਹਿਲਾਂ ਇਹ ਹੋਇਆ ਕਿ ਐਸਟਰਾਜ਼ੈਨੇਕਾ ਦਾ ਟੀਕਾ ਕਈ ਸੂਬਿਆਂ ਨੇ ਲਗਾਉਣਾ ਬੰਦ ਕਰ ਦਿੱਤਾ ਕਿਉਂਕਿ ਬਲੱਡ ਕਲੌਟ ਬਣਨ ਦੇ ਨੇ ਮਾਮਲੇ ਸਾਹਮਣੇ ਆ ਗਏ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਡਰ ਪਾਇਆ ਗਿਆ, ਜਿਸ ਤੋਂ ਬਾਅਦ ਹੁਣ ਤੱਕ ਸਵਾਲ ਇਹ ਉੱਠ ਰਹੇ ਸਨ ਕਿ ਜਿਨ੍ਹਾਂ ਦੇ ਇੱਕ ਡੋਜ਼ ਲੱਗ ਚੁੱਕੀ ਹੈ ਤਾਂ ਦੂਜੀ ਡੋਜ਼ ਦਾ ਕੀ ਉਹ ਐਸਟਰਾਜ਼ੈਨੇਕਾ ਦੇ ਟੀਕੇ ਦੀ ਹੀ ਡੋਜ਼ ਲਗਵਾਉਣਗੇ। ਪਰ ਇਸ ਨੂੰ ਲੈ ਕੇ ਕੈਨੇਡਾ ਦੇ ਸਿਹਤ ਵਿਭਾਗ ਨੇ ਇਸ ਦੇ ਉੱਤੇ ਜਾਂਚ ਕੀਤੀ ਹੈ ਤੇ ਉਸ ਤੋਂ ਬਾਅਦ ਹਰੀ ਝੰਡੀ ਦੇ ਦਿੱਤੀ ਹੈ ਕਿ ਜਿਹੜੇ ਕਿ ਮਿਕਸਡ ਡੋਜ਼ਿਸ ਲੱਗ ਸਕਦੀਆਂ ਨੇ, ਯਾਨੀ ਕਿ ਜੇਕਰ ਇੱਕ ਡੋਜ਼ ਐਸਟਰਾਜ਼ੈਨੇਕਾ ਦੇ ਟੀਕੇ ਦੀ ਲੱਗੀ ਹੈ ਤਾਂ ਦੂਜੀ ਡੋਜ਼ ਕਿਸੇ ਹੋਰ ਟੀਕੇ ਦੀ ਲੱਗ ਸਕਦੀ ਹੈ। ਇਸ ਗੱਲ ਦੇ ਵਾਸਤੇ ਹਰੀ ਝੰਡੀ ਦੇ ਦਿੱਤੀ ਹੈ। ਇੱਥੇ ਜ਼ਿਕਰਯੋਗ ਹੈ ਕੈਨੇਡਾ ਭਰ ਵਿੱਚੋਂ ਕਈ ਮਾਮਲੇ ਨੇ ਜਿਹੜੇ ਕਿ ਐਸਟਰਾਜ਼ੈਨੇਕਾ ਦਾ ਟੀਕਾ ਲੱਗਣ ਤੋਂ ਬਾਅਦ ਬਲੱਡ ਕਲੌਟ ਬਣਨ ਦੇ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਕਈ ਜਿਹੜੇ ਕਿ 40 ਸਾਲ ਦੀ ਉਮਰ ਦੇ ਕਰੀਬ ਵੀ ਸਨ ਉਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਜ਼ਿਆਦਾ ਉਮਰ ਦੇ ਤਾਂ ਸਨ ਉਹਨਾਂ ਦਾ ਨੁਕਸਾਨ ਹੋਇਆ ਤੇ ਕਈਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੋ ਦਿੱਤਾ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਸਵਾਲ ਵੀ ਉੱਠੇ। ਤੇ ਪਹਿਲਾਂ ਤੱਕ ਤਾਂ ਇਹ ਜਿਹੜੇ ਕਿਆਸ ਲਾਏ ਜਾ ਰਹੇ ਸਨ, ਜੋ ਇਹ ਰਿਸਰਚ ਵੀ ਕੀਤੀ ਗਈ ਸੀ ਉਸ ਉੱਤੇ ਜਾਣਕਾਰੀ ਦਿੱਤੀ ਗਈ ਸੀ ਕਿ ਐਸਟਰਾਜ਼ੈਨੇਕਾ ਦਾ ਟੀਕਾ ਲੱਗਣ ਤੋਂ ਬਾਅਦ ਕਰੀਬ 1 ਤੋਂ 1.5 ਲੱਖ ਵਿਅਕਤੀ ਤੋਂ ਬਾਅਦ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਬਲੱਡ ਕਲੌਟ ਬਣਦੇ ਨੇ। ਤੇ ਉਸ ਤੋਂ ਬਾਅਦ ਹੁਣ ਅਜਿਹੇ ਮਾਮਲੇ ਸਾਹਮਣੇ ਆਉਣ ਲੱਗੇ ਸਨ ਜਿਸ ਤੋਂ ਬਾਅਦ ਕਰੀਬ 60,000 ਦੀ ਔਸਤਨ ਗਿਣਤੀ ਹੈ ਜੋ ਉਸ ਤੋਂ ਬਾਅਦ ਇੱਕ ਮਾਮਲਾ ਬਲੱਡ ਕਲੌਟ ਬਣਨ ਦਾ ਸਾਹਮਣੇ ਆਉਣ ਲੱਗਿਆ ਸੀ, ਜਿਸ ਤੋਂ ਬਾਅਦ ਇਸ ਸਮੇਂ ਤਾਂ ਜਿਹੜੇ ਫਾਈਜ਼ਰ ਤੇ ਮੋਡਰਨਾ ਦੇ ਟੀਕੇ ਹੀ ਕੋਵਿਡ-19 ਦੇ ਕਾਫੀ ਸੂਬਿਆਂ ਦੇ ਵਿੱਚ ਲੱਗ ਰਹੇ ਨੇ। ਐਸਟਰਾਜ਼ੈਨੇਕਾ ਦਾ ਟੀਕਾ ਲਗਵਾਉਣ ਦੇ ਵਾਸਤੇ ਲੋਕ ਵੀ ਰਾਜ਼ੀ ਨਹੀਂ ਨੇ। ਅਗਲੀ ਖਬਰ ਹੈ ਕਿ ਜਿਵੇਂ ਵੱਖੋ ਵੱਖਰੇ ਸੂਬੇ ਇਸ ਸਮੇਂ ਸਿਹਤ ਹਦਾਇਤਾਂ ਨੂੰ ਹਟਾ ਰਹੇ ਨੇ, ਇਸ ਦੇ ਮੱਦੇਨਜ਼ਰ ਕਿ ਕੋਵਿਡ-19 ਦੇ ਮਾਮਲੇ ਨਿੱਤ ਘਟਦੇ ਜਾ ਰਹੇ ਨੇ। ਕੋਵਿਡ-19 ਦੇ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਬਹੁਤ ਹੇਠਾਂ ਆ ਗਈ ਹੈ। ਕੈਨੇਡਾ ਭਰ ਵਿੱਚ ਇਸ ਦੇ ਵਿੱਚ ਸੁਧਾਰ ਦੇਖਿਆ ਜਾ ਰਿਹਾ ਹੈ, ਸਿਰਫ ਕੁਝ ਸੂਬਿਆਂ ਨੂੰ ਛੱਡ ਕੇ, ਜਿਵੇਂ ਕਿ ਮੈਨੀਟੋਬਾ ਦੇ ਵਿੱਚੋਂ ਕਾਫੀ ਗਿਣਤੀ 'ਚ ਸਾਹਮਣੇ ਆ ਰਹੇ ਨੇ ਮਾਮਲੇ। ਪਰ ਸਸਕੈਚੁਵਨ ਤੋਂ ਸਿਹਤ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਉੱਥੇ 11 ਜੁਲਾਈ ਤੋਂ ਮਾਸਕ ਪਾਉਣ ਦੇ ਵਾਸਤੇ ਜੋ ਲਾਜ਼ਮੀ ਇਸ ਸਮੇਂ ਕੀਤਾ ਹੋਇਆ ਹੈ ਉਸ ਨੂੰ ਹਟਾਇਆ ਜਾ ਸਕਦਾ ਹੈ। ਇਹ ਜਿਹੜੀ ਹਦਾਇਤ ਹੈ ਜਿਸ ਦੇ ਲਈ ਇਹ ਹੋਵੇਗਾ ਕਿ ਮਾਸਕ ਪਾਉਣਾ ਲਾਜ਼ਮੀ ਨਹੀਂ ਹੋਵੇਗਾ। ਜੇਕਰ ਤੁਹਾਡੀ ਮਰਜ਼ੀ ਹੈ, ਤੁਸੀਂ ਮਾਸਕ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ, ਜੇਕਰ ਨਹੀਂ ਪਾਉਣਾ ਚਾਹੁੰਦੇ ਤਾਂ ਬਿਨਾਂ ਮਾਸਕ ਤੋਂ ਵੀ ਤੁਸੀਂ ਪਬਲਿਕ ਥਾਵਾਂ ਦੇ ਉੱਤੇ ਜਾ ਸਕਦੇ ਹੋ। ਇਹ ਸੰਭਵ ਤਾਂ ਹੀ ਹੋ ਸਕੇਗਾ ਜੇਕਰ 11 ਜੁਲਾਈ ਤੱਕ ਜਿਹੜਾ ਟੀਚਾ ਮਿਥਿਆ ਗਿਆ ਹੈ ਕਿ ਇੰਨੇ ਫੀਸਦ ਵਿਅਕਤੀ ਕੋਵਿਡ-19 ਦਾ ਟੀਕਾ ਲਗਵਾ ਲੈਣ ਤੇ ਨਾਲ ਹੀ ਕੋਵਿਡ-19 ਦੇ ਮਾਮਲੇ ਆ ਜੋ ਇੰਨੀ ਜ਼ਿਆਦਾ ਘੱਟ ਗਿਣਤੀ ਤੱਕ ਹੀ ਸਾਹਮਣੇ ਆਉਣ ਜਾਂ ਫਿਰ ਬਿਲਕੁਲ ਵੀ ਨਾ ਸਾਹਮਣੇ ਆਉਣ। ਜੇਕਰ ਕੋਵਿਡ-19 ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਂਦਾ ਹੈ ਹਾਲਾਤ ਦੇ ਮੱਦੇਨਜ਼ਰ, ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ 11 ਜੁਲਾਈ ਦਾ ਉਹ ਦਿਨ ਹੋਵੇਗਾ ਜਿਸ ਤੋਂ ਬਾਅਦ ਸਸਕੈਚੁਵਨ ਦੇ ਵਿੱਚ ਲੋਕਾਂ ਦੇ ਹੱਥ ਵਿੱਚ ਇਹ ਚੋਣ ਦੇ ਦਿੱਤੀ ਜਾਵੇਗੀ ਕਿ ਉਹ ਮਾਸਕ ਪਾਉਣਾ ਚਾਹੁੰਦੇ ਨੇ ਜਾਂ ਨਹੀਂ। ਅੱਗੇ ਖਬਰ ਹੈ ਕਿ ਕਈ ਸ਼ਹਿਰਾਂ ਦੇ ਮੇਅਰਾਂ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੱਕ ਆਵਾਜ਼ ਪਹੁੰਚਾਈ ਗਈ। ਉਹਨਾਂ ਨੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਤੋਂ ਇਸ ਦੇ ਬਾਰੇ ਮੰਗ ਕੀਤੀ ਸੀ, ਇਸ ਤੁਹਾਨੂੰ ਜਾਣਕਾਰੀ ਵੀ ਦਿੱਤੀ ਸੀ। ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਇਸ ਦੇ ਉੱਤੇ ਵਿਚਾਰ ਕਰ ਰਹੇ ਨੇ ਤੇ ਕੰਮ ਕੀਤਾ ਜਾਵੇਗਾ ਕਿ ਜਿੰਨੇ ਵੀ ਮਿਡਲ ਕਲਾਸ ਲੋਕ ਨੇ ਤੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਪਹੁੰਚ ਹੈ ਜੋ ਉਹ ਘਰ ਖਰੀਦਣ ਤੱਕ ਇਸ ਸਮੇਂ ਕਾਫੀ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਜ਼ਿਕਰ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਘਰ ਲੈਣਾ ਵੱਡੇ ਸ਼ਹਿਰਾਂ ਦੇ ਵਿੱਚ ਕੈਨੇਡਾ 'ਚ ਇਸ ਸਮੇਂ ਕਾਫੀ ਮੁਸ਼ਕਲ ਹੈ, ਜਿਸ ਨੂੰ ਲੈ ਕੇ ਜੋ ਘਰਾਂ ਦੇ ਰੇਟ ਨੇ ਖਾਸ ਤੌਰ ਦੇ ਉੱਤੇ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਤਾਂ ਇਸ ਸਮੇਂ ਬਹੁਤ ਜ਼ਿਆਦਾ ਉੱਪਰ ਚੱਲ ਚੁੱਕੇ ਨੇ। ਇੱਕ ਤਰ੍ਹਾਂ ਨਾਲ ਬੋਲੀ ਲੱਗਦੀ ਹੈ ਘਰਾਂ ਦੀ ਕੀਮਤ ਦੇ ਉੱਤੇ ਤੇ ਉਸ ਤੋਂ ਬਾਅਦ ਘਰ ਵਿਕਦਾ ਹੈ। ਜਿੰਨੇ ਦਾ ਘਰ ਲਗਾਇਆ ਜਾਂਦਾ ਉਸ ਤੋਂ ਕਿਤੇ ਜ਼ਿਆਦਾ ਕੀਮਤ ਦੇ ਉੱਤੇ ਉਹ ਘਰ ਵਿਕ ਜਾਂਦਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਗ੍ਰਾਹਕ ਆ ਜਾਂਦੇ ਨੇ, ਜਿਸ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਮੰਨਿਆ ਗਿਆ ਕਿ ਇਸ ਸਮੇਂ ਕੋਵਿਡ-19 ਦੌਰਾਨ ਜੋ ਹਾਲਾਤ ਬਣੇ ਉਸ ਦੌਰਾਨ ਜਿਹੜੀ ਵਿਆਜ ਦਰ ਹੈ ਉਹ ਕਾਫੀ ਹੇਠਾਂ ਆ ਗਈ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਸਮੇਂ ਘਰ ਨੂੰ ਖਰੀਦਣਾ ਮੁਨਾਸਬ ਸਮਝਿਆ ਤੇ ਘਰਾਂ ਦੀ ਖਰੀਦਦਾਰੀ ਕੀਤੀ ਗਈ, ਜਿਸ ਦੇ ਕਰਕੇ ਘਰਾਂ ਦੇ ਰੇਟ ਨੇ ਬਹੁਤ ਜ਼ਿਆਦਾ ਉੱਪਰ ਚਲੇ ਗਏ ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਏ ਪਏ ਨੇ। ਤੇ ਇਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਮਦਦ ਦੇਣਗੇ। ਇਸ ਬਾਰੇ ਅੱਗੇ ਕੀ ਕਦਮ ਚੁੱਕੇ ਜਾਂਦੇ ਨੇ ਉਹ ਸਮਾਂ ਹੀ ਦੱਸ ਸਕਦਾ ਹੈ। ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਮੈਨੀਟੋਬਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜੋ PNP ਦੇ ਤਹਿਤ ਤਾਜ਼ਾ ਡਰਾਅ ਕੱਢਿਆ ਸੀ। ਮੈਨੀਟੋਬਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਕਸਪ੍ਰੈਸ ਐਂਟਰੀ ਤਹਿਤ ਤਾਜ਼ਾ ਡਰਾਅ ਕੱਢਿਆ ਗਿਆ PNP ਦਾ, ਜਿਸ ਦੇ ਵਿੱਚ 404 ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਨੇ। 27 ਮਈ ਦੇ ਦਿਨ ਇਹ ਡਰਾਅ ਕੱਢਿਆ ਗਿਆ। ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਯਾਨੀ ਕਿ
MPNP ਦੇ ਤਹਿਤ ਇਹ ਡਰਾਅ ਕੱਢਿਆ ਗਿਆ ਹੈ, ਜਿਸ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਉਹਨਾਂ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਜੋ ਕਿ ਸਕਿਲਡ ਵਰਕਰਸ ਓਵਰਸੀਜ਼ ਸਟਰੀਮ ਦੇ ਵਾਸਤੇ ਯੋਗਤਾ ਰੱਖਦੇ ਨੇ। ਇਸ ਮੌਕੇ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਘੱਟੋ-ਘੱਟ EOI ਸਕੋਰ ਹੈ ਉਹ 601 ਤੱਕ ਰਿਹਾ ਜੋ ਇਹ ਇਨਵੀਟੇਸ਼ਨ ਗਏ ਨੇ। ਮੈਨੀਟੋਬਾ ਦਾ ਸੂਬਾ ਸਾਲ 2021 ਵਿੱਚ ਹੁਣ ਤੱਕ 3422 ਜਣਿਆਂ ਨੂੰ MPNP ਦੇ ਤਹਿਤ ਇਨਵੀਟੇਸ਼ਨ ਭੇਜ ਚੁੱਕਿਆ ਹੈ। PNP ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 600 ਪੁਆਇੰਟ ਮਿਲ ਜਾਂਦੇ ਨੇ, ਜਿਸ ਦੇ ਨਾਲ ਕੈਨੇਡਾ ਦੇ ਵਿੱਚ ਐਕਸਪ੍ਰੈਸ ਐਂਟਰੀ ਤਹਿਤ PR ਦੇ ਲਈ ਫਾਈਲ ਲੱਗ ਜਾਂਦੀ ਹੈ ਤੇ ਇਸ ਸਮੇਂ ਜਿਨ੍ਹਾਂ ਦੀ PNP ਅਪਰੂਵ ਹੈ ਕੈਨੇਡਾ ਵਿੱਚ ਉਹਨਾਂ ਦੀਆਂ ਫਾਈਲਾਂ ਨੇ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉਸ ਦੇ ਲਈ ਡਰਾਅ ਕੱਢੇ ਜਾ ਰਹੇ ਨੇ। ਤੇ ਅੱਜ ਹੀ ਓਨਟਾਰੀਓ ਨੇ OINP ਦੇ ਤਹਿਤ ਤਾਜ਼ਾ ਡਰਾਅ ਕੱਢਿਆ ਹੈ, ਉਸ ਦੇ ਬਾਰੇ ਤੁਹਾਨੂੰ ਹੁਣ ਦੱਸਾਂਗੇ। ਓਨਟਾਰੀਓ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਵੱਲੋਂ ਜੂਨ 1 ਨੂੰ PNP ਤਹਿਤ ਇੱਕ ਡਰਾਅ ਕੱਢਿਆ ਗਿਆ। ਦਰਅਸਲ ਓਨਟਾਰੀਓ ਦੇ ਵਿੱਚ ਓਨਟਾਰੀਓ ਇਮੀਗ੍ਰੈਂਟ ਨੋਮਨੀ ਪ੍ਰੋਗਰਾਮ ਹੈ ਯਾਨੀ ਕਿ OINP, ਜਿਸ ਦੇ ਤਹਿਤ ਇਨਵੀਟੇਸ਼ਨ ਭੇਜੇ ਗਏ ਨੇ, ਜਿਸ ਦੇ ਵਿੱਚ ਘੱਟੋ-ਘੱਟ ਸਕੋਰ ਹੈ 300 ਤੱਕ ਰਿਹਾ ਹੈ। ਇਹ ਇਨਵੀਟੇਸ਼ਨ ਕਾਫੀ ਵੱਡੀ ਗਿਣਤੀ ਦੇ ਵਿੱਚ ਕੈਂਡੀਡੇਟਸ ਨੂੰ ਭੇਜੇ ਗਏ ਨੇ, ਜਿਸ ਦੇ ਵਿੱਚ ਅੰਕੜਾ ਦੱਸਿਆ ਗਿਆ ਉਸ ਮੁਤਾਬਕ 986 ਜਣਿਆਂ ਨੂੰ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੇ ਜੋ ਇਹ ਇਨਵੀਟੇਸ਼ਨ ਭੇਜੇ ਗਏ ਨੇ। ਇਹ ਉਹਨਾਂ ਦੇ ਵਾਸਤੇ ਸਨ ਜਿਹੜੇ ਕਿ ਯੋਗਤਾ ਰੱਖਦੇ ਸਨ ਓਨਟਾਰੀਓ ਐਕਸਪ੍ਰੈਸ ਐਂਟਰੀ ਸਕਿਲਡ ਟ੍ਰੇਡ ਸਟਰੀਮ ਦੇ ਵਾਸਤੇ, ਜਿਨ੍ਹਾਂ ਨੂੰ ਇਹ ਇਨਵੀਟੇਸ਼ਨ ਗਏ ਨੇ, ਜਿਸ ਦੇ ਵਿੱਚ CRS ਸਕੋਰ ਹੈ ਜੋ ਘੱਟੋ-ਘੱਟ ਉਹ 300 ਤੋਂ ਲੈ ਕੇ 379 ਤੱਕ ਰਿਹਾ ਹੈ। ਤੇ ਇਸ ਦੇ ਨਾਲ ਹੀ ਇਨਵੀਟੇਸ਼ਨ ਉਹਨਾਂ ਨੂੰ ਗਏ ਨੇ ਜਿਨ੍ਹਾਂ ਨੇ ਜੂਨ 1 2020 ਤੋਂ ਲੈ ਕੇ ਜੂਨ 1 2021 ਦੇ ਦਰਮਿਆਨ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਈਆਂ ਸਨ। ਕੈਨੇਡਾ ਭਰ ਵਿੱਚ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਜਿਵੇਂ ਕਿ ਅਫਸੋਸ ਦੀ ਲਹਿਰ ਹੈ, ਜੋ 215 ਬੱਚਿਆਂ ਦੇ ਪਿੰਜਰ ਮਿਲੇ ਨੇ। ਮੂਲ ਨਿਵਾਸੀਆਂ ਦੇ ਬੱਚੇ ਸਨ ਜੋ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਪੜ੍ਹਦੇ ਸੀ ਤੇ ਉਸ ਮੌਕੇ ਉਹਨਾਂ ਦੀ ਜਾਨ ਗਈ ਤਾਂ ਉੱਥੇ ਹੀ ਉਹ ਬੱਚੇ ਦੱਬ ਦਿੱਤੇ ਗਏ। ਕੈਮਲੂਪਸ ਤੋਂ ਇਹ ਪਿੰਜਰ ਮਿਲੇ ਨੇ, ਜਿਸ ਤੋਂ ਬਾਅਦ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਕਮੇਟੀ ਜੋ ਕਿ ਮੂਲ ਨਿਵਾਸੀਆਂ ਦੇ ਉੱਤੇ ਹੋਏ ਅਤਿਆਚਾਰ ਸੰਬੰਧੀ ਰਿਸਰਚ ਕਰ ਰਹੀ ਸੀ ਤੇ ਉਸ ਕਮੇਟੀ ਦੇ ਵੱਲੋਂ ਸਾਲ 2009 ਦੇ ਵਿੱਚ ਜਦੋਂ ਸਟੀਫਨ ਹਾਰਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ, ਉਸ ਸਮੇਂ ਕੈਨੇਡਾ ਸਰਕਾਰ ਤੋਂ ਵਿੱਤੀ ਮਦਦ ਮੰਗੀ ਗਈ ਸੀ ਤਾਂ ਕਿ ਉਹ ਜਿਹੜੇ ਬੱਚਿਆਂ ਦੀਆਂ ਮੌਤਾਂ ਹੋਈਆਂ ਤੇ ਉਹਨਾਂ ਦੇ ਜਿਹੜੇ ਸਰੀਰ ਉੱਥੇ ਦੱਬੇ ਗਏ ਉਸ ਨਾਲ ਸੰਬੰਧਿਤ ਮਾਮਲੇ ਦੀ ਜਾਂਚ ਕਰ ਸਕਣ, ਪਰ ਸਰਕਾਰ ਨੇ ਉਸ ਸਮੇਂ ਫੰਡਿੰਗ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਸ ਮੌਕੇ ਜੋ ਜਿਹੜੇ ਮੂਲ ਨਿਵਾਸੀ ਨੇ ਤੇ ਮੂਲ ਨਿਵਾਸੀਆਂ ਨੂੰ ਸਮਰਥਨ ਕਰਨ ਵਾਲੀਆਂ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਅਫਸੋਸ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਤੇ ਗੁੱਸੇ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਕਿ ਉਦੋਂ ਇਸ ਦੇ ਉੱਤੇ ਕਦਮ ਕਿਉਂ ਨਹੀਂ ਚੁੱਕਿਆ ਗਿਆ। ਤੇ ਇਸ ਮੌਕੇ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਭਰ ਵਿੱਚ ਜਿੰਨੇ ਵੀ ਰੈਜ਼ੀਡੈਂਸ਼ੀਅਲ ਸਕੂਲ ਸਨ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਜਾਂਚ ਕੀਤੀ ਜਾਵੇ ਕਿ ਉੱਥੇ ਵੀ ਕੁਝ ਇਸੇ ਤਰ੍ਹਾਂ ਬੱਚਿਆਂ ਦੇ ਪਿੰਜਰ ਮਿਲ ਸਕਦੇ ਨੇ, ਕਿਉਂਕਿ ਰੈਜ਼ੀਡੈਂਸ਼ੀਅਲ ਸਕੂਲ ਨੇ ਸਨ ਜੋ ਉਹਨਾਂ ਦੇ ਵਿੱਚ ਜਦੋਂ ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਲਿਜਾਇਆ ਜਾਂਦਾ ਸੀ ਤਾਂ ਉਹਨਾਂ ਦੇ ਉੱਤੇ ਕਾਫੀ ਅਤਿਆਚਾਰ ਹੁੰਦੇ ਸਨ, ਕਿਉਂਕਿ ਉੱਥੇ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਉਹ ਆਪਣੇ ਮੂਲ ਨਿਵਾਸੀਆਂ ਦਾ ਜਿਹੜਾ ਸੱਭਿਆਚਾਰ ਹੈ ਉਸ ਤੋਂ ਉਹਨਾਂ ਨੂੰ ਦੂਰ ਕਰ ਦੇਣ। ਜਿਸ ਤੋਂ ਬਾਅਦ ਜਿਹੜੇ ਬੱਚਿਆਂ ਦੀਆਂ ਜਾਨਾਂ ਗਈਆਂ ਉਹਨਾਂ ਨੂੰ ਉੱਥੇ ਹੀ ਦੱਬ ਵੀ ਦਿੱਤਾ ਗਿਆ, ਜਿਸ ਦੇ ਸਬੂਤ ਹੁਣ ਕੈਮਲੂਪਸ ਤੋਂ ਮਿਲੇ ਨੇ, ਜਿਸ ਤੋਂ ਬਾਅਦ ਹੁਣ ਦੇਸ਼ ਭਰ ਦੇ ਵਿੱਚ ਇਸ ਸੰਬੰਧੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।